ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹੂੰ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ। ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ
ਭਿੱਖੋ ਗਰੀਬ ਕਾਜ ਕਰ ਦੀਜੈ, ਨਹਿ ਤਿਸ ਨਿਕਟ ਮਜੂਰੀ ਲੀਜੈ। ਜਪਜੀ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰ ਨਿਤ ਧਰੋ। ਪਰਮ ਸਨਮਾਨਯੋਗ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਿੱਖੋ ਗਰੀਬ ਕਾਜ ਕਰ ਦੀਜੈ, ਨਹਿ ਤਿਸ ਨਿਕਟ ਮਜੂਰੀ ਲੀਜੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰੂ ਕਾ ਸਿੱਖ ਭਾਈ ਗੁੱਜਰ ਜਿਹੜਾ ਲੁਹਾਰ ਦਾ ਕੰਮ ਕਰਦਾ ਹੈ, ਸਤਿਗੁਰੂ ਦੇ ਆ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਗ੍ਰਸਤੀ ਹਾਂ ਔਰ ਕੰਮ ਸਾਰਾ ਦਿਨ ਜੇ ਨਾ ਕਰੀਏ ਤੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਚਿੱਤ ਚਾਹੁੰਦਾ ਹੈ ਕਿ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰੀਏ, ਪਰ ਜੇ ਸਮਾਂ ਨਹੀਂ ਲੱਗਦਾ, ਨਹੀਂ ਆ ਸਕਦੇ, ਤੇ ਕਿਰਪਾ ਕਰੋ ਸਾਡੇ ਵਾਸਤੇ ਕੋਈ ਉਪਦੇਸ਼ ਦਿਓ ਕਿ ਸਾਡਾ ਵੀ ਭਲਾ ਹੋ ਸਕਦਾ ਹੈ। ਔਰ ਸਤਿਗੁਰੂ ਜੀ ਨੇ ਉੱਥੇ ਉਪਦੇਸ਼ ਦਿੱਤਾ ਭਾਈ ਗੁੱਜਰ ਨੂੰ ਵੀ ਇੱਕ ਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਪਈ, ਕਿਉਂਕਿ ਜਿਹੜਾ ਹਥੌੜਾ ਚਲਾਉਣਾ ਉਹਦੇ ਹੱਥਾਂ ਨਾਲ ਚਲਾਉਣਾ ਹੈ। ਲੋਹੇ ਦਾ ਕੰਮ ਕਰਨਾ ਸਾਰਾ ਦਿਨ ਕਰ, ਬੇਸ਼ੱਕ ਕਰ, ਪਰ ਹੱਥਾਂ ਪੈਰਾਂ ਦੇ ਨਾਲ ਕੰਮ ਕਰਦੇ ਹੋਇਆਂ ਗੁਰੂ ਗੁਰੂ ਜਪਣਾ ਹੈ। ਸਤਿਗੁਰੂ ਜੀ ਨੇ ਅਗਲਾ ਉਪਦੇਸ਼ ਦਿੱਤਾ, ਭਿੱਖੋ ਗਰੀਬ ਕਾਜ ਕਰ ਦੀਜੈ, ਨਹਿ ਤਿਸ ਨਿਕਟ ਮਜੂਰੀ ਲੀਜੈ। ਭਾਈ ਤੇਰਾ ਲੋਹੇ ਦਾ ਕੰਮ ਹੈ, ਕੋਈ ਮਜਬੂਰ, ਕੋਈ ਗਰੀਬ ਤੈਨੂੰ ਲੱਗੇ ਕਿ ਬਹੁਤ ਗਰੀਬ ਹੈ, ਕਿ ਉਹ ਜੋ ਕਿ ਕੰਮ ਕਰਾਉਣ ਆਇਆ ਹੈ ਉਹਦੀ ਮਜ਼ਦੂਰੀ ਨਹੀਂ ਦੇ ਸਕਦਾ, ਤੇ ਜਾਂ ਉਹਨੇ ਬਹੁਤ ਹੀ ਔਖਿਆਂ ਹੋ ਕੇ ਦੇਣੀ ਹੈ, ਤੇ ਭਾਈ ਇਵੇਂ ਦੇ ਗਰੀਬ ਤੋਂ ਮਜ਼ਦੂਰੀ ਨਹੀਂ ਲੈਣੀ। ਇਵੇਂ ਦੇ ਗਰੀਬ ਦੀ ਸੇਵਾ ਗੁਰੂ ਦੀ ਸੇਵਾ ਹੈ। ਔਰ ਨਾਲ ਅਗਲਾ ਕੰਮ ਦੱਸਿਆ, ਕਹਿੰਦੇ ਜਪਜੀ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰ ਨਿਤ ਧਰੋ। ਫਿਰ ਜਪਜੀ ਸਾਹਿਬ ਦਾ ਪਾਠ ਕੰਮ ਕਰਦੇ ਜਿੰਨਾ ਸਵੇਰੇ ਸ਼ਾਮੀ ਯਾਦ ਹੋਵੇ ਉਹਨੂੰ ਕੰਠ ਕਰਨਾ ਹੈ, ਔਰ ਜਿੰਨਾ ਕੰਠ ਹੋਏ ਉਹਨੂੰ ਪੜ੍ਹਦਿਆਂ ਉਹਦੇ ਅਰਥਾਂ ਦੀ ਵਿਚਾਰ ਕਰਨੀ ਹੈ। ਔਰ ਵਿਚਾਰ ਕੇਵਲ ਉਹ ਗਲੇ ਤੱਕ ਨਹੀਂ ਰੱਖਣੀ, ਮੂੰਹ ਤੱਕ, ਜ਼ੁਬਾਨ ਤੱਕ ਨਹੀਂ ਰੱਖਣੀ। ਸਵਾਸ ਸਵਾਸ ਅੰਤਰ ਨਿਤ ਧਰੋ, ਉਸ ਇੱਕ ਇੱਕ ਵਿਚਾਰ ਨੂੰ ਆਪਣੇ ਸਵਾਸਾਂ ਤੱਕ ਅੰਦਰ ਧਾਰਨ ਕਰ ਲਓ। ਗੁਰੂ ਨਿਮਿਤ ਕਰੋ ਜੁਤ ਪ੍ਰੀਤ, ਦਇਆ ਕਰੋ ਦੀਨਨ ਪਰਨੀਤ। ਸਤਿਗੁਰੂ ਜੀ ਕਹਿੰਦੇ ਨੇ ਸੇਵਾ ਪਰਉਪਕਾਰ, ਜੋ ਵੀ ਭਲੇ ਕੰਮ ਨੇ ਉਹ ਕਰੋ, ਚੰਗੇ ਕੰਮ ਕਰੋ। ਗੁਰੂ ਜੀ ਦੇ ਪ੍ਰਤੀ ਪ੍ਰੇਮ ਰੱਖੋ, ਸ਼ਰਧਾ ਭਾਵਨਾ ਰੱਖੋ, ਦੀਨਾਂ ਦੇ ਉੱਤੇ, ਗਰੀਬਾਂ ਦੇ ਉੱਤੇ ਦਇਆ ਕਰੋ। ਜੋ ਆਪਣੇ ਕਛ ਕਰੋ ਕਮਾਈ, ਗੁਰ ਹਿਤ ਦੇਹੋ ਦਸਵੰਧ ਬਣਾਈ। ਕਿ ਆਪਣੇ ਹੱਥਾਂ ਨਾਲ ਜਿਹੜੀ 10 ਨੋਹਾਂ ਦੀ ਕਿਰਤ ਕਮਾਈ ਕਰਨੀ ਹੈ, ਜਿੰਨੀ ਵੀ ਪਾਈ ਹੋਵੇ, ਥੋੜ੍ਹੀ ਹੋਵੇ ਬਹੁਤੀ ਹੋਵੇ,
ਉਹਦੇ ਵਿੱਚੋਂ ਦਸਵੰਧ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਕੱਢੋ, ਔਰ ਹੋ ਸਕੇ ਤੇ ਉਸ ਦਸਵੰਧ ਦੇ ਵਿੱਚੋਂ ਗਰੀਬਾਂ ਦੀ ਮਦਦ ਕਰੋ। ਸਾਧਕ ਸਿੱਖ ਆਏ ਜੋ ਡੇਰੇ, ਕਰੋ ਸੇਵ ਧਰ ਪ੍ਰੇਮ ਕਨੇਰੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਗੁੱਜਰ ਕਿ ਦੇਖ, ਇਹ ਜਿਹੜੇ ਸਿੱਖੀ ਨੂੰ ਕਮਾਉਣਾ ਹੈ, ਸਾਧਨਾ ਕਰਨ ਵਾਲੇ, ਕੋਈ ਨਾਮ ਜਪਣ ਵਾਲੇ, ਕੇਵਲ ਸਿੱਖ ਹੀ ਨਹੀਂ, ਪਹਿਰਾਵਾ ਉਹਨਾਂ ਦਾ ਭਾਵੇਂ ਕੋਈ ਵੀ ਹੋਵੇ, ਨਾਮ ਜਪਦੇ ਹੋਣ, ਇਵੇਂ ਦੇ ਡੇਰੇ ਤੇ ਆ ਜਾਣ, ਭਾਵ ਕਿ ਤੇਰੇ ਘਰ ਆ ਜਾਣ, ਉਹਨਾਂ ਦੀ ਸੇਵਾ ਭਾਵਨਾ ਦੇ ਨਾਲ ਕਰਨੀ ਹੈ, ਪ੍ਰੇਮ ਦੇ ਨਾਲ ਕਰਨੀ ਹੈ। ਸੁਣੋ ਉਪਦੇਸ਼ ਹਿਰਦੈ ਤਿਨ ਧਾਰਾ, ਜਿਮ ਗੁਰ ਕਹਿਓ ਕਰੇ ਤਿਮਕਾਰਾ। ਔਰ ਭਾਈ ਗੁੱਜਰ ਨੇ ਗੁਰੂ ਸਾਹਿਬ ਦੇ ਸਾਰੇ ਉਪਦੇਸ਼ ਨੂੰ ਬੜੇ ਧਿਆਨ ਦੇ ਨਾਲ ਸੁਣਿਆ, ਤੇ ਸੁਣ ਕੇ ਕੇਵਲ ਸਾਡੀ ਤਰ੍ਹਾਂ ਉੱਥੇ ਨਹੀਂ ਛੱਡ ਆਇਆ, ਜਿਵੇਂ ਦਾ ਉਪਦੇਸ਼ ਸੁਣਿਆ ਉਵੇਂ ਦੇ ਹੀ ਕਾਰ ਕਰਨ ਲੱਗਾ, ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਉਣ ਵੀ ਲੱਗਿਆ। ਗ੍ਰਸਤੀ ਭਗਤ ਹੁਤੇ ਤਿਸ ਗ੍ਰਾਮ, ਤੁਮਤ ਦੇ ਕਰ ਤਿਨਕੇ ਨਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਗੁੱਜਰ ਦੇ ਪਿੰਡ ਵਿੱਚ ਭਗਤ ਸਨ, ਗ੍ਰਸਤੀ ਸਨ, ਪਰਿਵਾਰ ਵਾਲੇ ਸਨ, ਬੰਦਗੀ ਕਰਦੇ ਸਨ, ਪਰ ਕਿਸੇ ਨੇ ਉਹਨਾਂ ਦੇ ਸਿਰ ਤੇ ਕੋਈ ਝੂਠੀ ਤੋਹਮਤ ਲਾ ਦਿੱਤੀ, ਇਲਜ਼ਾਮ ਲਾ ਦਿੱਤਾ ਝੂਠਾ ਹੀ। ਕਹਿ ਕਰ ਪਾਇਣ ਪਾਏ ਸੁਬੇਰੀ, ਕਾਰਾਗ੍ਰਹਿ ਮਹਿ ਦਿਨ ਸਕੇਰੀ। ਔਰ ਜਿਹੜਾ ਇਲਜ਼ਾਮ ਲਾਇਆ ਤੁਮਤ, ਉਦੋਂ ਦੀ ਉਸ ਵੇਲੇ ਦੀ ਜਿਹੜੀ ਪੁਲਿਸ ਸੀ, ਉਸ ਵੇਲੇ ਦੇ ਜਿਹੜੇ ਤੁਰਕ ਹਾਕਮ ਸਨ, ਉਹਨਾਂ ਨੇ ਫੜ ਕੇ ਇਹਨਾਂ ਭਗਤਾਂ ਦੇ ਪੈਰਾਂ ਵਿੱਚ ਵੀ ਬੇੜੀਆਂ ਪਾ ਦਿੱਤੀਆਂ, ਹੱਥਾਂ 'ਚ ਵੀ, ਗ੍ਰਿਫਤਾਰ ਕਰਕੇ ਕਾਰਾਗਰ 'ਚ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜੀ। ਕਿਤਕ ਦਿਵਸ ਹੋਏ ਪ੍ਰਭੂ ਸਹਾਏ, ਕਿਸ ਬਿਤ ਦੇ ਦੀਨੇ ਨਿਕਸਾਏ। ਕਹਿੰਦੇ ਕੁਝ ਦਿਨ ਜੇਲ੍ਹ ਦੇ ਵਿੱਚ ਰਹੇ, ਔਰ ਬਿਲਕੁਲ ਉੱਥੇ ਨਾ ਰੋਟੀ ਦੇਣਾ ਨਾ ਪਾਣੀ ਦੇਣਾ। ਕੁਝ ਦਿਨਾਂ ਬਾਅਦ ਕਹਿੰਦੇ ਪ੍ਰਭੂ ਪਰਮੇਸ਼ਰ ਆਪ ਉਹਨਾਂ ਭਗਤਾਂ ਦੇ ਸਹਾਈ ਬਣੇ, ਕੋਈ ਵਿਉਂਤ ਬਣੀ, ਕੋਈ ਢੰਗ ਬਣਿਆ, ਉਹ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਗਏ। ਅਰਧ ਰਾਤ ਮਹਿ ਸੋ ਚਲੇ ਆਏ, ਸ਼੍ਰਿੰਖਲ ਤਿਨਕੇ ਪਾਇਣ ਪਾਏ। ਅੱਧੀ ਰਾਤ ਜੇਲ੍ਹ ਵਿੱਚੋਂ ਬਾਹਰ ਨਿਕਲ ਆਏ, ਨਹੀਂ ਕਿਸੇ ਨੂੰ ਖਬਰ ਲੱਗੀ, ਪਰ ਉਹ ਜਿਹੜੀਆਂ ਸੰਗਲੀਆਂ ਸਨ, ਬੇੜੀਆਂ ਪੈਰਾਂ ਦੇ ਵਿੱਚ ਉਸੇ ਤਰ੍ਹਾਂ ਪਾਈਆਂ ਨੇ, ਹੱਥਾਂ 'ਚ ਪਾਈਆਂ ਨੇ। ਗੁੱਜਰ ਨਾਮ ਲੋਹਾਰ ਆਵਾਸ, ਆਏ ਕਹਿਓ ਤਿੰਨ ਇਸਕੇ ਪਾਸ। ਆਪਣੇ ਪਿੰਡ ਆਏ ਤੇ ਜਾਣਦੇ ਸਨ ਕਿ ਭਾਈ ਗੁੱਜਰ ਜਿਹੜੇ ਨੇ ਲੋਹਾਰ ਨੇ, ਲੋਹੇ ਦਾ ਕੰਮ ਕਰਦੇ ਨੇ, ਸਾਡੀਆਂ ਬੇੜੀਆਂ ਉਹ ਕੱਟ ਸਕਦੇ ਨੇ। ਭਾਈ ਗੁੱਜਰ ਦੇ ਘਰ ਆ ਗਏ। ਪ੍ਰਭੂ ਨਿਮਿਤ ਦੇਹੁ ਬੰਧਨ ਕਾਟ, ਤੁਝ ਕੋ ਹੋਏ ਨਾ ਜਮ ਕੀ ਬਾਟ। ਕਿਉਂਕਿ ਜਿਹੜੇ ਭਗਤ ਨੇ ਉਹਨਾਂ ਦੀ ਬੋਲੀ ਵਿੱਚ ਵੀ ਭਗਤੀ ਹੁੰਦੀ ਹੈ, ਉਹਨਾਂ ਦੇ ਬੋਲਾਂ ਦੇ ਵਿੱਚੋਂ ਵੀ ਅਸੀਸ ਹੀ ਨਿਕਲਦੀ ਹੈ। ਉਹਨਾਂ ਭਗਤਾਂ ਨੇ ਆ ਕੇ ਭਾਈ ਗੁੱਜਰ ਨੂੰ ਕਿਹਾ ਕਿ ਰੱਬ ਦੇ ਵਾਸਤੇ ਭਾਈ ਗੁੱਜਰ ਜੀ ਸਾਡੇ ਇਹ ਬੰਧਨ ਕੱਟ ਦੇ, ਬੇੜੀਆਂ ਕੱਟ ਦੇ। ਪ੍ਰਭੂ ਤੁਹਾਨੂੰ, ਪਰਮੇਸ਼ਰ ਤੁਹਾਨੂੰ ਜਮਾਂ ਦੀ ਫਾਹੀਆਂ ਤੋਂ ਬਚਾਏਗਾ, ਤੁਹਾਡੀ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ। ਸੁਣ ਕਰ ਸੁਖ ਜਿਉ ਹਿਰਦੇ ਵਿਸਾਲਾ, ਜੇ ਮੁਝ ਜਾਣ ਲਹੇ ਮਹਿਪਾਲਾ। ਇਹ ਸੁਣ ਕੇ ਉਹ ਭਾਈ ਗੁੱਜਰ ਜਿਹੜਾ ਲੋਹਾਰ ਹੈ, ਇੱਕ ਵਾਰੀ ਤੇ ਡਰ ਗਿਆ ਕਿ ਇਹਨਾਂ ਭਗਤਾਂ ਨੇ ਆ ਕੇ ਕਹਿ ਦਿੱਤਾ ਬੇੜੀਆਂ ਕੱਢ ਦਿਓ, ਤੇ ਜੇਲ੍ਹ ਵਿੱਚੋਂ ਭੱਜ ਕੇ ਆਏ ਨੇ। ਇਹ ਜਿਹੜੀਆਂ ਬੇੜੀਆਂ ਨੇ ਸਰਕਾਰੀ ਨੇ, ਤੇ ਜੇ ਕਿਤੇ ਰਾਜੇ ਨੂੰ, ਹਾਕਮ ਨੂੰ ਪਤਾ ਲੱਗ ਗਿਆ ਕਿ ਇਹ ਬੇੜੀਆਂ ਮੈਂ ਕੱਟੀਆਂ ਨੇ, ਗਹਿ ਲਹਿ ਸਗਰੋ ਪਰਿਵਾਰਾ, ਜ਼ਾਲਮ ਬੜੋ ਕਰਾਵੇ ਮਾਰਾ। ਹਾਕਮ ਤੇ ਜ਼ਾਲਮ ਬੜਾ ਹੈ, ਉਹਨੇ ਇਕੱਲਾ ਮੈਨੂੰ ਨਹੀਂ ਫੜਦਾ, ਸਾਰੇ ਪਰਿਵਾਰ ਸਮੇਤ ਫੜ ਕੇ ਲੈ ਜਾਏਗਾ।
ਔਰ ਹੋਏ ਨਾ ਹੁੰਦਾ ਕਿ ਇਹ ਪਰਿਵਾਰ ਸਮੇਤ ਮਾਰ ਹੀ ਦੋਏ। ਤਰਾਸ ਪਾਏ ਕਰ ਬਹੁਰ ਵਿਚਾਰਾ, ਗੁਰ ਮੁਝ ਪ੍ਰਤ ਉਪਦੇਸ਼ ਉਚਾਰਾ। ਇੱਕ ਵਾਰੀ ਤੇ ਭਾਈ ਗੁੱਜਰ ਜੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਡਰ ਗਏ, ਪਰ ਫਿਰ ਦੁਬਾਰਾ ਵਿਚਾਰ ਕੀਤੇ ਕਿ ਮੈਨੂੰ ਗੁਰੂ ਦਾ ਉਪਦੇਸ਼ ਕੀ ਹੈ, ਮੇਰੇ ਗੁਰੂ ਦਾ ਮੇਰੇ ਲਈ ਉਪਦੇਸ਼ ਕੀ ਹੈ। ਅਸਲ ਵਿੱਚ ਇਹ ਹੀ ਹੈ ਹਰ ਵੇਲੇ ਸਿਮਰਨ, ਚੇਤੇ ਰੱਖਣਾ ਕਿ ਗੁਰੂ ਦਾ ਉਪਦੇਸ਼ ਕੀ ਹੈ। ਪ੍ਰਭ ਨਿਮਿਤ ਕਾਰਜ ਕਰ ਦੀਜੈ, ਨਹੀਂ ਬਿਲੰਬ ਕਿਸੇ ਬਿਦ ਕੀਜੈ। ਕਿ ਗੁਰੂ ਸਾਹਿਬ ਨੇ ਉਪਦੇਸ਼ ਇਹ ਦਿੱਤਾ ਸੀ, ਕੋਈ ਲੋੜਵੰਦ ਆਵੇ ਉਹਨੂੰ ਪ੍ਰਭੂ ਨਿਮਿਤ ਸਮਝ ਕੇ ਉਹ ਕਾਰਜ ਕਰ ਦੇਣਾ ਕਿ ਇਹ ਕਾਰਜ ਰੱਬ ਦਾ ਹੀ ਹੈ, ਪਰਮੇਸ਼ਰ ਦਾ ਹੀ ਹੈ। ਇਹਦੇ ਵਿੱਚ ਭਾਈ ਗੁਜਰ ਵਿਚਾਰ ਕਰਦੇ ਨੇ ਕਿ ਗੁਜਰਾ ਹੁਣ ਟਾਈਮ ਨਾ ਲਾ, ਦੇਰ ਨਾ ਲਾ। ਸੋ ਨਹਿ ਛੋਟੋ ਹੋਏ ਸੋ ਹੋਏ, ਸੰਤ ਕਹੇ ਲੋਕਨ ਸੁਖ ਦੋਏ। ਭਾਈ ਗੁਜਰ ਜੀ ਕਹਿੰਦੇ ਨੇ ਉਹ ਗੁਰੂ ਸਾਹਿਬ ਦਾ ਉਪਦੇਸ਼ ਜਿਹੜਾ ਉਹ ਤੇ ਨਹੀਂ ਮੈਂ ਛੱਡਾਂਗਾ। ਫਿਰ ਵੇਖੀ ਜਾਏਗੀ, ਹੋਏ ਸੋ ਹੋਏ, ਜੋ ਹੋਏਗਾ ਫਿਰ ਬਾਅਦ ਵਿੱਚ ਵੇਖੀ ਜਾਏਗੀ, ਫਿਰ ਆਪੇ ਗੁਰੂ ਜਾਣੇ। ਕਿਉਂਕਿ ਸੰਤ ਕਹੇ ਲੋਕਨ ਸੁਖ ਦੋਏ, ਸੰਤਾਂ ਦੇ ਕਹਿਣ ਨਾਲ ਤੇ ਦੋਵਾਂ ਲੋਕਾਂ ਦੇ ਵਿੱਚ ਸੁੱਖ ਮਿਲਦਾ ਹੈ। ਇਹ ਸੰਤ ਭਗਤ ਆਏ ਨੇ ਤੇ ਇਹਨਾਂ ਦੇ ਕਹਿਣ ਤੇ ਨਾ ਕਾਰਜ ਨਾ ਕਰੀਏ। ਉਰੇ ਬਾਬਾ ਕਬੀਰ ਜੀ ਨੇ ਪਾਵਨ ਬਚਨ ਬਾਣੀ ਵਿੱਚ ਕਹੇ ਨੇ ਜੀ, ਇਵੇਂ ਦੇ ਜਪਣ ਵਾਲੇ ਸੰਤ ਭਗਤ ਮਿਲ ਜਾਣ ਤੇ ਫਿਰ ਉਹਨਾਂ ਦੀ ਸੰਗਤ ਕਰਨ ਲੱਗਿਆ, ਉਹਨਾਂ ਦੇ ਰਾਹ ਜਾਣ ਲੱਗਿਆ ਸੋਚਣਾ ਨਹੀਂ ਚਾਹੀਦਾ। ਕਬੀਰ ਸੰਤ ਕੇ ਗੈਲ ਨਾ ਛੋਡੀਐ, ਆਗੇ ਹੋਏ ਸੋ ਹੋਏ। ਫਿਰ ਪਰਵਾਹ ਨਹੀਂ ਕਰਨੀ ਕਿ ਅੱਗੇ ਕੀ ਹੋਵੇਗਾ, ਉਸ ਰਸਤੇ ਤੇ ਚੱਲੇ ਹੀ ਜਾਣਾ ਹੈ। ਹੁਣ ਭਾਈ ਗੁਜਰ ਜੀ ਕਹਿੰਦੇ ਨੇ ਫਿਰ ਵੇਖੀ ਜਾਏਗੀ ਜੋ ਹੋਏਗਾ। ਅਹਿਮ ਵਿਚਾਰ ਕਰ ਬਿਲਬ ਨ ਕੀਨ, ਉਠ ਤਤਕਾਲ ਕਾਟ ਕਰ ਦੇਨ। ਭਾਈ ਗੁਜਰ ਨੇ ਇਸ ਤਰ੍ਹਾਂ ਵਿਚਾਰ ਕੀਤੇ, ਫਿਰ ਦੇਰ ਨਹੀਂ ਲਾਈ, ਉੱਠਿਆ ਛੇਤੀ ਦੇ ਨਾਲ ਆਪਣੇ ਜਿਹੜੇ ਸੰਦ ਸਨ ਉਹ ਲਏ, ਇਹਨਾਂ ਭਗਤਾਂ ਦੀ ਉਹ ਬੇੜੀਆਂ ਜਿਹੜੀਆਂ ਕੱਟ ਦਿੱਤੀਆਂ। ਆਇਸ਼ ਆਸਿਖ ਦੇ ਗਏ ਨਿਜ ਦੇਸ਼, ਉਪਜੋ ਇਸਕੇ ਗਿਆਨ ਵਿਸ਼ੇਖ। ਕਹਿੰਦੇ ਉਹ ਭਗਤ ਨੂੰ ਅਸੀਸਾਂ ਦਿੰਦੇ ਹੋਏ ਆਪਣੇ ਦੇਸ਼ਾਂ ਨੂੰ ਚਲੇ ਗਏ। ਤੇ ਜਦੋਂ ਇਹ ਅਸੀਸ ਦਿੱਤੇ ਕਿ ਰੱਬ ਪਰਮੇਸ਼ਰ ਖੁਦਾ ਉਹ ਤੇਰੀਆਂ ਫਾਹੀਆਂ ਕੱਟੇਗਾ, ਉਹ ਤੈਨੂੰ ਗਿਆਨ ਬਖਸ਼ੇਗਾ, ਇਵੇਂ ਦੇ ਅਸੀਸ ਦਿੱਤੇ ਚਲੇ ਗਏ। ਭਾਈ ਗੁਜਰ ਦੇ ਉਸੇ ਵੇਲੇ ਉਸ ਲਾਹੌਰ ਦੇ ਮਨ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਗਿਆਨ ਪ੍ਰਗਟ ਹੋਇਆ, ਜਿਹਨੂੰ ਬ੍ਰਹਮ ਦਾ ਗਿਆਨ ਕਹਿੰਦੇ ਨੇ। ਕਿ ਭਾਈ ਗੁਜਰ ਜੀ ਉਹ ਸੇਵਾ ਕਰਕੇ ਬ੍ਰਹਮ ਗਿਆਨੀ ਬਣੇ। ਇੱਕ ਦਿਨ ਇੱਕ ਨਾਈ ਧਿੰਗਾ ਚਲੇ ਆਇਓ, ਸ੍ਰੀ ਅੰਗਦ ਪੱਗ ਸੀਸ ਨਵਾਇਓ। ਇੱਥੇ ਇਸ ਸਾਖੇ ਦੇ ਵਿੱਚੋਂ ਭਾਈ ਗੁਜਰ ਦੇ ਇਸ ਸਾਖੇ ਦੇ ਵਿੱਚੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਸੰਤਾਂ ਭਗਤਾਂ ਦੀ ਸੇਵਾ ਔਰ ਗੁਰੂ ਦੇ ਦੱਸੀ ਹੋਈ ਸੇਵਾ ਇਹ ਕੋਈ ਭਾਵਨਾ ਨਾਲ ਕਰ ਲਵੇ ਤੇ ਸੱਚ ਹੈ, ਉਹਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਇੱਕ ਸਿੱਖ ਹੋਰ ਆਇਆ ਹੈ, ਜਿਹਦਾ ਨਾਂ ਭਾਈ ਧਿੰਗਾ ਹੈ। ਇੱਕ ਨਾਈ ਧਿੰਗਾ ਚਲੇ ਆਇਓ, ਔਰ ਜਾਤ ਕਰਕੇ ਲੋਕ ਇਹਨੂੰ ਨਾਈ ਕਹਿੰਦੇ ਨੇ। ਦੇਖੋ ਇੱਕ ਨਾਈ ਤੇ ਉਹ ਨੇ ਜਿਹੜੇ ਬੈਠੇ ਹੋਏ ਅੱਜ ਕੱਲ੍ਹ ਕੇਸ ਕੱਟਦੇ ਨੇ, ਔਰ ਆਪ ਜੀ ਜਾਣ ਤੋਂ ਪਿੰਡਾਂ ਵਿੱਚ ਨਾਈ ਹੁੰਦੇ ਸਨ, ਔਰ ਸਾਡੇ ਪਿੰਡਾਂ ਵਾਲੇ ਤਾਂ ਉਹਨਾਂ ਨੂੰ ਰਾਜੇ ਵੀ ਕਿਹਾ ਜਾਂਦਾ ਸੀ ਕਿ ਉਹਨਾਂ ਨੇ ਮਰਨੇ ਪਰਨੇ ਤੇ ਆ ਕੇ ਬਸ ਮਾੜਾ ਜਿਹਾ ਮਰਨੇ ਪਰਨੇ ਤੇ ਸੁਨੇਹਾ ਉਹਨਾਂ ਨੂੰ ਭੇਜੀਏ ਤੇ ਜਾਂ ਸੁਨੇਹਾ ਨਾ ਵੀ ਭੇਜੇ, ਕਿਤੋਂ ਵੀ ਪਤਾ ਲੱਗੇ ਉਹਨਾਂ ਨੇ ਆ ਕੇ 8-10 ਦਿਨ ਆਪੇ ਘਰ ਵਿੱਚ ਕੰਮ ਕਰਨਾ। ਜਾਤ ਕਰਕੇ ਉਹ ਲੋਕ ਉਹਨਾਂ ਨੂੰ ਨਾਈ ਕਹਿੰਦੇ ਨੇ ਕਿ ਘਰਾਂ ਦੇ ਵਿੱਚ ਜਾ ਕੇ ਕਿਸੇ ਦੀ ਮਾਲਿਸ਼ ਕਰਨੀ, ਕਿਸੇ ਦੇ ਭਾਂਡੇ ਟਿੰਡੇ ਧੋਣੇ, ਉੱਧਰ ਜਾ ਕੇ ਪ੍ਰਸ਼ਾਦੇ ਬਣਾਉਣੇ। ਉਹ ਭਾਈ ਧਿੰਗਾ ਜੀ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਆਇਆ ਹੈ।
ਸ੍ਰੀ ਅੰਗਦ ਪਗ ਸੀਸ ਨਵਾਇਓ। ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਉਹਨੇ ਆ ਕੇ ਨਮਸਕਾਰ ਕੀਤੀ। ਬੈਠ ਗਇਓ ਢਿੱਗ ਸਿੱਖ ਗਣ ਹੇਰੇ, ਕਰੇ ਪਰਸ ਪਰ ਸੇਵਕ ਨੇਰੇ। ਉਹ ਨਮਸਕਾਰ ਕਰਕੇ ਸੰਗਤ ਵਿੱਚ ਸਿੱਖਾਂ ਦੇ ਕੋਲ ਜਾ ਕੇ ਬੈਠ ਗਿਆ। ਉਹਨਾਂ ਵੱਲ ਦੇਖਣ ਲੱਗਿਆ, ਸਿੱਖ ਸੇਵਾ ਕਰਦੇ ਨੇ, ਆਪਸ ਵਿੱਚ ਮਿਲ ਕੇ ਸੇਵਾ ਕਰ ਰਹੇ ਨੇ। ਤਿੰਨ ਮਹਿ ਮਿਲ ਸੇਵਾ ਕੋ ਲਾਗਿਓ, ਭਲੇ ਜਾਣਕਾਰ ਔਰ ਅਨੁਰਾਗਿਓ। ਉਹਨਾਂ ਸਿੱਖਾਂ ਨੂੰ ਵੇਖ ਕੇ ਇਹ ਭਾਈ ਧਿੰਗਾ ਵੀ ਜਿਹੜਾ ਉੱਠ ਕੇ ਸੇਵਾ ਦੇ ਵਿੱਚ ਲੱਗ ਗਿਆ। ਔਰ ਜਿਵੇਂ ਜਿਵੇਂ ਸੇਵਾ ਕਰਦਾ ਹੈ ਉਵੇਂ ਉਵੇਂ ਅੰਦਰ ਦਾ ਪ੍ਰੇਮ ਜਿਹੜਾ ਵੱਧਦਾ ਹੈ। ਤਪਤ ਨੀਰ ਕਰਵਾਏ ਇਸ਼ਨਾਨ, ਵਸਤਰ ਪਖਾਰੇ ਮਲ ਕਰਹਾਣ। ਇਹ ਭਾਈ ਧਿੰਗਾ ਸਿੱਖਾਂ ਦੀ ਸੰਗਤਾਂ ਦੀ ਸੇਵਾ ਕਰਦਾ ਹੈ ਕਿ ਜਿਹੜੇ ਬਾਹਰ ਚੱਲ ਕੇ ਦੂਰੋਂ ਚੱਲ ਕੇ ਕੋਈ ਬਜ਼ੁਰਗ ਆਉਂਦੇ ਨੇ, ਕਿਸੇ ਨੂੰ ਗਰਮ ਪਾਣੀ ਦੀ ਲੋੜ ਹੈ ਇਸ਼ਨਾਨ ਕਰਨ ਵਾਸਤੇ, ਉਹਨਾਂ ਨੂੰ ਪਾਣੀ ਗਰਮ ਕਰਕੇ ਦਿੰਦਾ ਹੈ। ਕਿਸੇ ਦੇ ਦੇਖਦਾ ਕਿ ਬਸਤਰ ਧੋਣ ਵਾਲੇ ਨੇ, ਉਹਨਾਂ ਦੇ ਬਸਤਰ ਧੋਂਦਾ, ਉਹ ਸੇਵਾ ਕਰਦਾ ਹੈ। ਚਰਨ ਚਾਪ ਹਾਂਕਤ ਹੈ ਪਾਇਓ, ਬਾਸਣ ਧੋਵੈ ਮਾਂਜ ਬਣਾਇਓ। ਇਹ ਭਾਈ ਧਿੰਗਾ ਜੀ ਸਿੱਖਾਂ ਦੇ ਚਰਨ ਕੁੱਟਦਾ ਹੈ। ਆਈ ਹੋਈ ਸੰਗਤ ਜਿਹੜੀ ਥੱਕੀ ਹੋਈ, ਉਹਨਾਂ ਦੇ ਚਰਨ ਕੁੱਟਣੇ। ਕਦੇ ਸੰਗਤ ਨੂੰ ਵੱਡਾ ਪੱਖਾ ਲੈ ਕੇ ਹੱਥਾਂ ਦੇ ਨਾਲ ਪੱਖਾ ਚੱਲਣਾ, ਕਦੇ ਇਹਨੇ ਜਾ ਕੇ ਬਰਤਨਾਂ ਵਿੱਚ ਖਲੋ ਜਾਣਾ, ਜਾ ਕੇ ਬਰਤਨਾਂ ਦੀ ਸੇਵਾ ਕਰਨੀ। ਕਬ ਕਬ ਗੁਰ ਕੀ ਸੇਵਾ ਪਾਏ, ਮਹਾ ਪ੍ਰੇਮ ਤੇ ਕਰੇ ਬਣਾਏ। ਹੁਣ ਸੇਵਾ ਕਰਦਾ ਕਰਦਾ, ਕਿਉਂਕਿ ਨਵਾਂ ਨਵਾਂ ਕੋਈ ਆਵੇ ਤੇ ਪਹਿਲੋਂ ਝੱਕਦਾ ਸੇਵਾ ਕਰਨ ਲੱਗਿਆ ਨਹੀਂ। ਸੇਵਾ ਕਰਦਾ ਕਰਦਾ ਹੁਣ ਕਦੇ ਕਦੇ ਨੂੰ ਮੌਕਾ ਮਿਲਦਾ ਹੈ ਕਿ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਦਾ, ਔਰ ਫਿਰ ਬੜੇ ਬਣਾ ਕੇ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ। ਇੱਕ ਦਿਨ ਸ੍ਰੀ ਅੰਗਦ ਕੇ ਪਾਸ, ਹਾਥ ਜੋਰ ਕੀਨੀ ਅਰਦਾਸ। ਕਹਿੰਦੇ ਭਾਈ ਧਿੰਗਾ ਜੀ ਨੇ ਇੱਕ ਦਿਨ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਇਹ ਅਰਦਾਸ ਕੀਤੀ, ਬੇਨਤੀ ਕਰਕੇ ਪੁੱਛਦਾ ਹੈ, ਸ੍ਰੀ ਸਤਿਗੁਰ ਮੁਝ ਦੇਹੁ ਉਪਦੇਸ਼, ਜਿਸ ਤੇ ਮਿਟਹਿ ਕਲੇਸ਼ ਅਸ਼ੇਸ਼। ਭਾਈ ਧਿੰਗਾ ਜੀ ਕਹਿੰਦਾ, ਸਤਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ, ਕੋਈ ਉਪਦੇਸ਼ ਮੈਨੂੰ ਵੀ ਬਖਸ਼ੋ ਕਿ ਜਿਹਦੇ ਨਾਲ ਮੇਰੇ ਅੰਦਰ ਦੇ ਸਾਰੇ ਕਲੇਸ਼ ਮਿਟ ਜਾਣ। ਪੂਰੇ ਕਲੇਸ਼ ਸਾਰਿਆਂ ਦੇ ਅੰਦਰ ਹੀ ਨੇ ਜੀ। ਕਲੇਸ਼ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ, ਕਲੇਸ਼ ਸਿਰਫ ਲੜਾਈ ਨੂੰ ਕਲੇਸ਼ ਨਹੀਂ ਕਿਹਾ ਜਾਂਦਾ। ਇਹ ਲੜਾਈ ਦੇ ਇੱਕ ਜਿਹੜਾ ਸ਼ਬਦ ਵਰਤਿਆ ਜਾਂਦਾ ਕ੍ਰੋਧ, ਉਹਦਾ ਅੱਗੇ ਰੂਪ ਹੈ। ਇਹ 5 ਤਰ੍ਹਾਂ ਦਾ ਕਲੇਸ਼ ਹਰ ਕਿਸੇ ਦੇ ਅੰਦਰ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅੰਦਰ ਦੇ ਕਲੇਸ਼ ਮੇਰੇ ਵੀ ਮਿਟ ਜਾਣ, ਕੋਈ ਵਿਸ਼ੇਸ਼ ਰੂਪ ਵਿੱਚ ਮੈਨੂੰ ਵੀ ਉਪਦੇਸ਼ ਦਿਓ। ਸੁਣ ਸ੍ਰੀ ਮੁਖ ਤੇ ਤਬ ਫੁਰਮਾਇਓ, ਗੁਰੂ ਗੋਰ ਮਹਿ ਸੋ ਚਲੇ ਆਇਓ। ਇਹ ਸੁਣ ਕੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਮੁਸਕਰਾਏ ਔਰ ਬੜਾ ਹੀ ਵਿਸ਼ੇਸ਼ ਬਚਨ ਕਿਹਾ। ਕਹਿੰਦੇ ਭਈ ਜਿਹੜਾ ਗੁਰੂ ਘਰ ਦੇ ਵਿੱਚ ਚੱਲ ਕੇ ਆਉਂਦਾ ਹੈ ਨਾ, ਗੁਰੂ ਗੋਰ ਸੋ ਚਲੇ ਆਇਓ। ਵੈਸੇ ਗੋਰ ਸ਼ਬਦ ਜਿਹੜਾ ਉਹ ਕਵਰ ਵਾਸਤੇ ਵਰਤਿਆ ਜਾਂਦਾ ਹੈ ਕਿ ਜਿਹੜਾ ਗੁਰੂ ਘਰ ਦੇ ਵਿੱਚ ਆਇਆ। ਇੱਥੇ ਸ਼ਬਦ ਗੋਰ ਵਰਤਿਆ ਕਿ ਗੁਰੂ ਇੱਕ ਕਬਰ ਦੀ ਤਰ੍ਹਾਂ ਹੈ, ਔਰ ਗੋਰਾਂ ਦੇ ਵਿੱਚ, ਕਬਰਾਂ ਦੇ ਵਿੱਚ ਲਾਸ਼ਾਂ ਹੀ ਜਾਂਦੀਆਂ ਨੇ, ਜਿਉਂਦਿਆਂ ਜੀ ਕਿਸੇ ਨੂੰ ਨਹੀਂ ਦਫਨਾਉਂਦੇ। ਇਸ ਘਰ ਵਿੱਚ ਜੇ ਆਇਆ ਹੈ ਨਾ, ਹੋਏ ਮੁਰੀਦ ਮੁਰਦੇ ਮਾਨੰਦ, ਅੰਗ ਨਾ ਕੋ ਹਾਲਤ ਬਿਨ ਜਿੰਦ। ਤੇ ਭਾਈ ਗੋਰਾਂ ਦੇ ਵਿੱਚ ਉਹ ਜਾਂਦੇ ਨੇ ਜਿਹੜੇ ਮੁਰਦੇ ਹੁੰਦੇ ਨੇ, ਮੁਰਦਿਆਂ ਵਾਂਗ ਬਣ ਜਾਂਦੇ ਨੇ। ਜਿਵੇਂ ਜਿੰਦਾ ਬਿਲਕੁਲ ਨਾ ਹੋਵੇ, ਹੱਥ ਪਰ ਬਿਲਕੁਲ ਨਾ ਹਿਲਦੇ ਹੋਣ, ਜਿਹਨੂੰ ਕਹਿ ਦਿੱਤਾ ਜਾਂਦਾ ਮਰ ਗਿਆ, ਗੋਰਾਂ ਦੇ ਵਿੱਚ ਉਹਨੂੰ ਪਾਇਆ ਜਾਂਦਾ ਹੈ। ਇੱਥੇ ਕਹਿੰਦੇ ਜੇ ਆਇਆ ਹੈ ਮੁਰੀਦ ਬਣਨ ਵਾਸਤੇ, ਤਿਮ ਮੁਰੀਦ ਆਦਿਕ ਅਹੰਕਾਰਾ,
ਤਿਆਗ ਦੇਤ ਇਹ ਸਗਲ ਵਿਕਾਰਾ। ਇੱਥੇ ਸਰੀਰ ਕਰਕੇ ਨਹੀਂ ਮਰਨਾ। ਜੇ ਮੁਰੀਦ ਬਣਨਾ ਤੇ ਮੁਰਦਾ ਬਣਨਾ ਪੈਣਾ ਅੰਦਰ ਦੇ ਹੰਕਾਰ ਕਰਕੇ। ਫਿਰ ਮੁਰਦਾ ਬਣਨਾ ਪੈਣਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਵਿਕਾਰਾਂ ਕਰਕੇ। ਅੰਦਰ ਦੇ ਮੈਂ ਨੂੰ ਮਾਰਨਾ ਪੈਣਾ ਹੈ। ਤਿਆਗ ਦੇਤ ਇਹ ਸਗਲ ਵਿਕਾਰਾ। ਇਹ ਪੰਜੇ ਵਿਸ਼ੇਸ਼ ਰੂਪ ਦੇ ਵਿੱਚ ਨੇ, ਮੁੱਖ ਨੇ। ਇਹ ਸਾਰੇ ਵਿਕਾਰਾਂ ਨੂੰ ਛੱਡ ਦੇ ਮੁਰਦਾ ਹੋ ਗਿਆ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਾਵਨ ਬਚਨ ਵੀ ਕਹੇ ਨੇ ਕਿ ਮੁਰਦਾ ਹੋਏ ਮੁਰੀਦ ਨਾ ਗੱਲੇ ਹੋਵਣਾ। ਮੁਰੀਦ ਐਵੇਂ ਨਹੀਂ ਬਣਿਆ ਜਾਂਦਾ। ਮੁਰੀਦ ਬਣਨ ਵਾਸਤੇ ਮੁਰਦਾ ਹੋਣਾ ਹੀ ਪੈਂਦਾ ਹੈ। ਮੁਰੀਦ ਗੱਲਾਂ ਬਾਤਾਂ ਨਾਲ ਨਹੀਂ ਬਣਿਆ ਜਾਂਦਾ। ਔਰ ਬਾਬਾ ਫਰੀਦ ਜੀ ਨੇ ਤਾਂ ਪਾਵਨ ਬਚਨ ਕਹੇ ਨੇ ਕਿ ਜੇ ਤੂੰ ਆਪਣੇ ਆਪ ਨੂੰ ਕਿਸੇ ਦਾ ਮੁਰੀਦ ਅਖਵਾਉਣਾ ਹੈ ਨਾ, ਗੁਰੂ ਦਾ ਮੁਰੀਦ ਬਣਨਾ ਹੈ, ਫਿਰ ਜੋ ਕੁਛ ਗੁਰੂ ਕਹਿੰਦਾ ਹੈ ਉਸ ਰਸਤੇ ਤੇ ਚੱਲ। ਉਹ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੇ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਮੁਰੀਦ ਬਣ ਕੇ ਉਸ ਰਸਤੇ ਤੇ ਚੱਲਦਾ ਰਹੋ ਜੇ ਮੁਰੀਦ ਬਣਨਾ ਹੈ। ਗੁਰੂ ਗੋਰ ਮਹਿ ਜਾਏ ਸਮਾਏ ਹੋਏ ਮੁਰੀਦ ਮੁਰਦਾ ਜਿਸ ਭਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਗੁਰੂ ਰੂਪੀ ਕਬਰ ਦੇ ਵਿੱਚ ਜਾ ਕੇ ਜਿਹੜਾ ਸਮਾ ਹੀ ਜਾਏ। ਜੇ ਗੁਰੂ ਕਬਰ ਹੈ ਉਹਦੇ ਵਿੱਚ ਲਾਸ਼ ਸਮਾਉਣੀ ਹੈ, ਤੇ ਇੱਥੇ ਜੇ ਗੁਰੂ ਸ਼ਬਦ ਹੈ, ਗਿਆਨ ਹੈ, ਇਹਦੇ ਵਿੱਚ ਹੰਕਾਰ ਸਮਾ ਜਾਏ, ਇਹਦੇ ਵਿੱਚ ਵਿਕਾਰ ਸਾਰੇ ਸਮਾ ਜਾਏ। ਗੁਰੂ ਰੂਪੀ ਕਬਰ ਵਿੱਚ ਆ ਕੇ ਜਿਹੜਾ ਸਮਾ ਜਾਏ ਉਹ ਮੁਰੀਦ ਹੋ ਕੇ ਫਿਰ ਮੁਰਦੇ ਦੇ ਵਾਂਗ ਆਪਣੇ ਆਪ ਨੂੰ ਬਿਲਕੁਲ ਮੁਰਦਾ ਹੋ ਕੇ ਜਿਹੜਾ ਆਵੇ ਫਿਰ ਉਹ ਆਪਣੇ ਹੈਂਕੜ ਨੂੰ ਛੱਡੇ, ਉਹ ਗੁਰੂ ਨੂੰ ਫਿਰ ਪਾਉਂਦਾ ਹੈ। ਦੇਖ ਜਾਤ ਆਪਣੇ ਪਾਸੈ ਨ ਕਰੇ ਸੇਵ ਸੰਤਨ ਕੇ ਰਹਿਣ। ਇੱਥੇ ਧੰਨ ਗੁਰੂ ਅੰਗਦ ਦੇਵ ਜੀ ਨੇ ਫਿਰ ਇੱਕ ਸਾਖੀ ਦਾ ਹਵਾਲਾ ਦੇ ਕੇ ਸਮਝਾਇਆ। ਕਹਿੰਦੇ ਭਾਈ ਤੂੰ ਵੀ ਨਾਈ ਹੈ, ਤੇ ਆਪਣੀ ਬਰਾਦਰੀ ਆਪਣੀ ਜਿਹੜੀ ਲੋਕਾਂ ਨੇ ਜਾਤ ਬਣਾਈ ਉਹਦੇ ਵਿੱਚੋਂ ਦੇਖ ਇੱਕ ਭਗਤ ਸੈਣ ਵੀ ਹੋਇਆ। ਭਗਤ ਸੈਣ ਉਹਨੂੰ ਵੀ ਨਾਈ ਕਿਹਾ ਗਿਆ। ਕਹਿੰਦੇ ਭਗਤ ਸੈਣ ਜੀ ਵੱਲੋਂ ਦੇਖ ਉਹਨੇ ਕਿਵੇਂ ਸੰਤਾਂ ਦੀ ਸੇਵਾ ਕੀਤੀ, ਸਾਰੀ ਰਾਤ ਸੇਵਾ ਕਰਦਾ ਰਿਹਾ। ਉਦਾਹਰਨ ਦਿੰਦੇ ਨੇ ਪ੍ਰੇਮ ਪਰਖ ਕਰ ਸ੍ਰੀ ਭਗਵਾਨ ਬਣੇ ਸੈਣ ਕੇ ਰੂਪ ਸੁਜਾਨ। ਭਗਤ ਸੈਣ ਜੀ ਨੇ ਜੇ ਸੰਤਾਂ ਦੀ ਸੇਵਾ ਕੀਤੀ ਤੇ ਰੱਬ ਨੇ ਵੀ ਉਸ ਭਗਤ ਸੈਣ ਦਾ ਰੂਪ ਧਾਰਨ ਕਰਕੇ ਉਹਦੇ ਥਾਂ ਤੇ ਜਾ ਕੇ ਰਾਜੇ ਦੀ ਮਾਲਿਸ਼ ਕੀਤੀ ਸੀ। ਔਰ ਸਾਖੀ ਆਪ ਜੀ ਜਾਣਦੇ ਹੋ ਕਿ ਸਾਰੀ ਰਾਤ ਭਗਤ ਜੀ ਦੇ ਕੋਲ ਉਹ ਸੰਤ ਭਗਤ ਆਏ, ਰੱਬ ਦੀਆਂ ਕਥਾ ਕਹਾਣੀਆਂ ਕਰਦੇ, ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਲੰਘ ਗਈ, ਦਿਨ ਵੀ ਚੰਗਾ ਚੜਾ ਚੜ ਗਿਆ। ਔਰ ਭਗਤ ਸੈਣ ਜੀ ਰੋਜ਼ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲੋਂ ਰਾਜੇ ਤੇ ਜਾ ਕੇ ਮਾਲਿਸ਼ ਕਰਦਾ ਸੀ। ਰਾਜੇ ਨੂੰ ਕੋਈ ਰੋਗ ਕੋਈ ਦੁੱਖ ਸੀ, ਅੱਜ ਸੰਤਾਂ ਦੀ ਸੇਵਾ ਕਰਦੇ ਪਤਾ ਹੀ ਨਹੀਂ ਲੱਗਿਆ। ਪਰ ਉੱਥੇ ਰੱਬ ਨੇ ਪਰਮੇਸ਼ਰ ਨੇ ਭਗਤ ਸੈਣ ਜੀ ਦਾ ਰੂਪ ਧਾਰਨ ਕੀਤਾ, ਜਾ ਕੇ ਮਾਲਿਸ਼ ਆਪ ਕਰ ਦਿੱਤੀ। ਔਰ ਇਕੱਲੀ ਮਾਲਿਸ਼ ਨਹੀਂ ਕੀਤੀ, ਜਿੱਥੇ ਰੱਬ ਦੇ ਹੱਥ ਲੱਗ ਜਾਏ ਉਹ ਰਾਜਾ ਜਿਹੜਾ ਹੈ ਉਹਦਾ ਰੋਗ ਵੀ ਦੂਰ ਹੋ ਗਿਆ। ਇੱਧਰੋਂ ਭਗਤ ਸੈਣ ਸਾਰੀ ਰਾਤ ਜਦੋਂ ਭਗਤਾਂ ਦੇ ਨਾਲ ਪਰਮੇਸ਼ਰ ਦੇ ਸਿਫਤ ਸਲਾਹ ਕਰਦੇ, ਅਗਲੇ ਦਿਨ ਦਾ ਚੜਾ ਚੜਿਆ ਜਾ ਰਿਹਾ ਹੈ। ਉਧਰੋਂ ਰੱਬ ਜੀ ਵਾਪਸ ਆ ਕੇ ਭਗਤ ਜੀ ਰਾਜੇ ਕੋਲ ਜਾ ਰਿਹਾ ਹੈ, ਸੋਚ ਵੀ ਰਿਹਾ ਹੈ ਕਿ ਕੱਲ ਰਾਤ ਰਾਜੇ ਦੀ ਸੇਵਾ ਨਹੀਂ ਹੋ ਸਕੀ, ਰਾਜਾ ਪਤਾ ਨਹੀਂ ਗੁੱਸਾ ਵੀ ਕਰੇ, ਝਿੜਕੇ ਵੀ। ਇੱਥੇ ਗੁਰੂ ਸਾਹਿਬ ਜੀ ਉਦਾਹਰਨ ਦਿੰਦੇ ਨੇ ਕਿ ਰਾਣੇ ਕੋ ਇਸ ਰੀਤ ਰਜਾਇਓ ਬਖਸ਼ੇ ਤਬ ਕੁਵਾਏ ਹੁਲਸਾਇਓ। ਕਿ ਉਦੋਂ ਰੱਬ ਨੂੰ ਭਗਤਾਂ ਨੇ ਖੁਸ਼ ਕੀਤਾ ਤੇ ਰੱਬ ਨੇ ਭਗਤ ਬਣ ਕੇ ਰਾਜੇ ਨੂੰ ਖੁਸ਼ ਕੀਤਾ। ਇੰਨਾ ਰਜਾਇਆ, ਪੂਰੀ ਤਸੱਲੀ ਦੇ ਨਾਲ ਜਦੋਂ ਕੀਤੀ ਮਾਲਿਸ਼, ਰਾਜਾ ਤੇ ਖੁਸ਼ ਹੋ ਗਿਆ। ਇੱਧਰੋਂ ਭਗਤ ਜੀ ਜਦੋਂ ਜਾਂਦੇ ਨੇ
ਇਹ ਸੋਚ ਰਹੇ ਨੇ ਕਿ ਰਾਜਾ ਗੁੱਸੇ ਹੋਏਗਾ, ਪਰ ਰਾਜੇ ਨੇ ਕੀ ਕੀਤਾ, ਕਹਿੰਦੇ ਰਾਣੇ ਕੋ ਇਸ ਰੀਤ ਰਜਾਇਓ, ਬਖਸ਼ੇ ਤਬ ਕੁਵਾਏ ਹੁਲਸਾਇਓ। ਰਾਜਾ ਇੰਨਾ ਕੁਛ ਪੇ ਭਗਤ ਜੀ ਨੂੰ ਵੇਖਦਿਆਂ ਨਾਲ ਆਪਣੇ ਤਨ ਉੱਤੇ ਪਾਈ ਹੋਈ ਕੀਮਤੀ ਪੁਸ਼ਾਕ ਉਹ ਲਾ ਦਿੱਤੀ, ਲਾ ਕੇ ਭਗਤ ਦੇ ਗਲ ਪਾ ਦਿੱਤੀ ਕਿ ਤੂੰ ਤਾਂ ਮੇਰਾ ਰੋਗ ਦੂਰ ਕਰ ਦਿੱਤਾ ਜਿਹੜਾ ਕਈ ਸਾਲਾਂ ਤੋਂ ਚੰਬੜਿਆ ਹੋਇਆ ਸੀ, ਕਿ ਰਾਤੇ ਕਿਹੜਾ ਤੇਲ ਲਾਇਆ, ਕਿਹੜੀ ਮਾਲਿਸ਼ ਕੀਤੀ, ਮੇਰਾ ਸਾਰੇ ਰੋਗ ਦੂਰ ਹੋ ਗਿਆ ਹੈ। ਔਰ ਇਸ ਗੱਲ ਨੂੰ ਭਗਤ ਜੀ ਜਾਣਦੇ ਨੇ ਕਿ ਮੈਂ ਤੇ ਰਾਤ ਆਇਆ ਹੀ ਨਹੀਂ, ਸਾਰੀ ਰਾਤ ਬੈਠਾ ਰਿਹਾ, ਤੇ ਫਿਰ ਹੋਏ ਨਾ ਤੇ ਉਹ ਰੱਬ ਆਪ ਮੇਰਾ ਰੂਪ ਲੈ ਕੇ ਆਇਆ। ਤਿਸ ਕੇ ਸਮ ਸੰਤਨ ਕੇ ਸੇਵਾ, ਕਰੋ ਸਦਾ ਰਿਝੇ ਗੁਰਦੇਵਾ। ਸਤਿਗੁਰੂ ਜੀ ਕਹਿੰਦੇ ਨੇ ਉਸ ਰਾਜੇ ਨੇ ਪੁਸ਼ਾਕ ਲਾ ਕੇ ਦੇਣ ਤੋਂ ਭਾਵੇਂ ਸੀ ਕਿ ਰਾਜਾ ਕਹਿੰਦਾ ਸੀ ਭਗਤ ਜੀ ਅੱਜ ਤੋਂ ਰਾਜਗੱਦੀ ਤੁਹਾਡੀ, ਤੁਸੀਂ ਬੈਠੋ। ਪਰ ਭਗਤ ਸੈਨ ਜੀ ਨੇ ਕਿਹਾ ਸੀ ਕਿ ਇਹ ਰਾਜ ਪਾਗ ਰਾਜਨ ਤੁਹਾਨੂੰ ਸ਼ੋਭਣ। ਅਸੀਂ ਤਾਂ ਉਸ ਰੱਬ ਦੇ ਗੀਤ ਗਾਉਣੇ ਨੇ, ਹੱਥ ਪੈਰ ਚੱਲਦੇ ਨੇ, ਰੋਟੀ ਮਿਲੀ ਜਾਣੀ ਹੈ, ਸਾਡੇ ਵਾਸਤੇ ਇਹੀ ਰਾਜ ਹੈ। ਔਰ ਜਿਹੜੀ ਸ਼ੁਰੂ 'ਚ ਬੇਨਤੀ ਕੀਤੀ, ਇਹ ਨਾਈ ਜਿਹੜੇ ਪਿੰਡਾਂ ਦੇ ਵਿੱਚ ਕੰਮ ਕਰਦੇ ਸਨ, ਸ਼ਾਇਦ ਇਹਨਾਂ ਨੇ ਰਾਜੇ ਸ਼ਬਦ ਉਦੋਂ ਤੋਂ ਤਾਂ ਹੀ ਵਰਤੇ ਜਾਣ ਲੱਗਿਆ ਹੈ। ਭਗਤ ਸੈਨ ਜੀ ਕਹਿੰਦੇ ਸੀ ਤੇ ਆਪਣੇ ਆਪ ਦੇ ਵਿੱਚ ਹੀ ਰਾਜੇ ਹਨ। ਤਿਸ ਕੇ ਸਮ ਸੰਤਨ ਕੇ ਸੇਵਾ। ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਭਾਈ ਧਿੰਗਾ ਜੀ ਉਹਨਾਂ ਦੇ ਤਰ੍ਹਾਂ ਐਨ ਭਿੱਜ ਕੇ ਸੰਤਾਂ ਦੀ ਸੇਵਾ ਕਰੋ, ਕਰੋ ਸਦਾ ਰਿਝੇ ਗੁਰਦੇਵਾ। ਤੁਸੀਂ ਸੇਵਾ ਕਰੋ, ਰੱਬ ਖੁਸ਼ ਹੋਵੇਗਾ। ਸੁਣ ਉਪਦੇਸ਼ ਕਮਾਵਣ ਕੀਨ, ਧਰਿਓ ਪ੍ਰੇਮ ਸਿੱਖੇ ਪਦ ਲੈਣ। ਕਹਿੰਦੇ ਗੁਰੂ ਸਾਹਿਬ ਦਾ ਇਹ ਉਪਦੇਸ਼ ਸੁਣ ਕੇ ਭਾਈ ਧਿੰਗਾ ਜੀ ਨੇ ਆਪਣੇ ਜੀਵਨ ਵਿੱਚ ਧਾਰਨ ਕੀਤਾ ਤੇ ਫਿਰ ਗੁਰਸਿੱਖੀ ਨੂੰ ਕਮਾ ਕੇ ਇਹ ਸਿੱਖੀ ਦੀ ਪਦਵੀ ਪ੍ਰਾਪਤ ਕੀਤੀ, ਕਿਉਂਕਿ ਸਿੱਖੀ ਦਾ ਪਦ, ਸਿੱਖੀ ਦੀ ਪਦਵੀ ਸਭ ਤੋਂ ਉੱਚੀ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹੇ ਨੇ, ਜਿਹੜੇ ਜਪਣ ਵਾਲੇ ਨੇ ਉਹਨਾਂ ਨੂੰ ਭਗਤ ਵੀ ਕਿਹਾ, ਜਿਹੜੇ ਜਪਣ ਵਾਲੇ ਨੇ ਉਹਨਾਂ ਨੂੰ ਸੰਤ ਵੀ ਕਿਹਾ, ਉਹਨਾਂ ਨੂੰ ਗੁਰਮੁਖ ਵੀ ਕਿਹਾ, ਉਹਨਾਂ ਨੂੰ ਗੁਰਸਿੱਖ ਵੀ ਕਿਹਾ, ਉਹਨਾਂ ਨੂੰ ਬ੍ਰਹਮ ਗਿਆਨੀ ਵੀ ਕਿਹਾ। ਇਹ ਸਾਰੇ ਸ਼ਬਦ ਵਰਤ ਕੇ ਅਖੀਰ ਤੇ ਗੁਰੂ ਸਾਹਿਬ ਨੇ ਇੱਕ ਪਾਵਨ ਬਚਨ ਕਿਹਾ, ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਸਿੱਖ ਚਰਨੀ ਪੜਤਿਆ। ਜਿਹੜੇ ਗੁਰੂ ਕੇ ਸਿੱਖ ਗੁਰੂ ਦੇ ਚਰਨ ਸ਼ਰਨ ਵਿੱਚ ਪੈ ਜਾਣ, ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ। ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਕਿ ਧੰਨ ਧੰਨ ਭਾਗ ਤਿਨਾ ਸੰਤ ਜਨਾ। ਸਾਰਿਆਂ ਦੇ ਭਾਗ ਤੱਤਾਂ ਦੇ ਯੋਗ ਨੇ, ਪਰ ਸਭ ਤੋਂ ਵੱਡੇ ਭਾਗ ਸਿੱਖਾਂ ਦੇ ਨੇ, ਜਿਹੜੇ ਸਿੱਖ ਬਣ ਜਾਣ। ਇਹ ਸਿੱਖੀ ਦੀ ਪਦਵੀ ਭਾਈ ਧਿੰਗਾ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਕੀਤੀ ਹੈ। ਸਭ ਕੁਟੁੰਬ ਕੋ ਭਇਓ ਉਧਾਰ, ਜਿਮ ਕਾਸ਼ਟ ਲੈ ਲੋਹ ਪਾਰ। ਤੇ ਭਾਈ ਧਿੰਗਾ ਜੀ ਇਸ ਸਿੱਖੀ ਨੂੰ ਪ੍ਰਾਪਤ ਕਰਕੇ ਇਕੱਲਾ ਆਪ ਹੀ ਉਹਦਾ ਉਧਾਰ ਨਹੀਂ ਹੋਇਆ, ਕਹਿੰਦੇ ਸਭ ਕੁਟੁੰਬ ਕੋ ਭਇਓ ਉਧਾਰ, ਸਾਰਾ ਟੱਬਰ ਤਰ ਗਿਆ। ਇਸ ਤਰ੍ਹਾਂ ਕਿ ਜਿਵੇਂ ਇਕੱਲਾ ਲੋਹਾ ਪਾਣੀ ਵਿੱਚ ਪਾਈਏ ਤੇ ਡੁੱਬ ਜਾਂਦਾ ਹੈ, ਪਰ ਜਿਮ ਕਾਸ਼ਟ ਲੈ ਲੋਹੋ ਪਾਰ। ਪਰ ਉਹ ਹੀ ਲੋਹਾ ਭਾਵੇਂ ਕਿੰਨਾ ਹੋਵੇ, ਲੱਕੜ ਦੇ ਨਾਲ ਲੱਗ ਜੇ। ਹੁਣ ਵੱਡੇ ਵੱਡੇ ਜਹਾਜ਼ ਇਸੇ ਤਰ੍ਹਾਂ ਨਾਲ, ਇਹ ਲੱਕੜ ਹੈ, ਉੱਤੇ ਲੋਹਾ ਹੈ। ਉਹ ਲੋਹਾ ਜਿਹੜਾ ਹੈ ਸਾਰੇ ਲੋਹੇ ਨੂੰ ਲੱਕੜ ਪਾਰ ਕਰ ਦਿੰਦੀ। ਔਰ ਗੁਰੂ ਸਾਹਿਬ ਨੇ ਤੇ ਪਾਵਨ ਬਚਨ ਕਹੇ ਨੇ ਬਾਣੀ ਵਿੱਚ, ਆਪਾਂ ਰੋਜ਼ ਹੀ ਪੜ੍ਹਨੇ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਜਦੋਂ ਸ਼ਲੋਕ ਪੜ੍ਹਿਆ ਜਾਂਦਾ ਹੈ, ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਪਣ ਵਾਲਾ ਆਪ ਤੇ ਪਾਰ ਲੰਘਦਾ ਹੀ ਹੈ। ਉਹ ਜਪਣ ਵਾਲਿਆਂ ਦਾ ਕੁਟੁੰਬ, ਉਹਨਾਂ ਦਾ ਪਰਿਵਾਰ ਵੀ ਪਾਰ ਹੁੰਦਾ, ਤੇ ਇਕੱਲਾ ਪਰਿਵਾਰ ਹੀ ਨਹੀਂ, ਹੋਰ ਜਿੰਨੇ ਨਾਲ ਜੁੜਦੇ ਨੇ, ਸੰਗਤ ਕਰਦੇ ਨੇ, ਉਹਨਾਂ ਦਾ ਪਾਰ ਉਤਾਰਾ ਵੀ ਹੋ ਜਾਂਦਾ ਹੈ। ਉਹ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਜੀ,
जिन्ने नाम ध्याया गए मशक्कत काल, नानक ते मुख उजले केती छुट्टी नाल केती कई पता नहीं होर किन्ने को छुट गए। भाई धिंगा जी आप पार हुए, पूरे परिवार ਨੂੰ उन्होंने पार कर लिया, पार उतारा हो गया। ਇੱਥੇ ਇਹ ਸਾਖੀ ਖਤਮ ਹੋਈ ਹੈ, ਪਰ ਅਧਿਆਇ ਅੱਗੇ ਚੱਲਦਾ ਹੈ। ਅੱਗੇ ਭਾਈ ਪਾਰੂ ਜੁਲਕਾਂ ਦੀ ਸਾਖੀ ਹੈ। ਉਹ ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਫੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।